सबके प्यारे आदरणीय प्रधानमंत्री श्री नरेंद्र मोदी जी, नमस्कार, जय माता दी। मैं नरेंद्र चंचल एक छोटा सा आपके देश का कलाकार हूँ। मैं आपसे एक विनती करना चाहता हूँ। आपके भारत के लाखों कलाकार जो देश में सबके मनोरंजन के लिए हर कहीं जाते हैं, मेरे जैसे और स्टेज के परफॉर्मर हैं, लाखों परफॉर्मर हैं, हर स्टेट के, हर भाषा के। संगीत के क्षेत्र के इन मजदूरों का आपने कोई ख्याल नहीं किया। इनको भी रोटी चाहिए सर, ये किसी के आगे हाथ नहीं फैला सकते। इन्होंने अपने हाथों से साज बजाए हैं और ये हाथ किस तरह फैलाएं? ये मध्यम वर्ग के लोग किसी को कह भी नहीं सकते। ਅੱਜ सवा साल हो गया ना उदों सुनाई हुई सी ते उस तो बाद कई कलाकार छोटे छोटे बेचारे अपनियां फैमिलियां छड्ड के इस दुनिया तो चले गए। जे सरकार अगे कोई फरियाद करता है, सरकार सुनन नूं तैयार नहीं। सरकार किहदी सुनदी है? या हाई तबके दी जिहदे कोलों सरकार नूं फायदा है, ते या सब तो थल्ले जिहड़ा तबका है ਜਿਹੜਾ रोडां दे उत्ते भी आ जाता है, सब्जियां बेच लेंदा है, या ਜਿਹੜੇ फड़ियां ला लेंदे ने, मुजाहरे कर लेंदे ने, सरकार उन्हां कोलों डरदी है। ठीक है, करोना आया है, बीमारी आई है, जे तुसी बाकियां दे काम खोले है तो कुछ कलाकारां नूं भी कोई थोड़ी सहूलत दवो। ते मैं मोदी साहब दे अगे अपने इन्हां कलाकारां भाइयां वास्ते फरियाद लैके आया कि इन्हां लोकां दी सुनाई करो, इन्हां वास्ते भी कोई पैकेज दिओ। क्यों कि असी लोकां ने भी तुहानूं वोट दिते है कि असी तुहाडे देश दे इंसान नहीं? साडी क्यों नहीं सुनाई हुंदी पई? साडे वास्ते क्यों नहीं तुहाडे कोल कोई पैकेज हैगा कलाकारां वास्ते? सत श्री अकाल जी। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਸਾਡੇ ਆਮ ਜਿਹੜੀ ਜ਼ਿੰਦਗੀ ਆ, ਸਾਡੀ ਆਮ ਜ਼ਿੰਦਗੀ ਨਾਲ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ। ਜੀ ਹਾਂ, ਇਹ ਵਿਸ਼ੇ ਹੈ ਮਿਊਜ਼ਿਕ ਇੰਡਸਟਰੀ ਬਾਰੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਿਊਜ਼ਿਕ ਇੰਡਸਟਰੀ ਦੀ, ਜਿੱਥੇ ਕਿ ਅੱਜ ਕਰੋਨਾ ਨੂੰ ਲਗਭਗ ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ। ਉੱਥੇ ਹੀ ਕੇਂਦਰ ਸਰਕਾਰ ਦੁਆਰਾ ਤੇ ਸੂਬਾ ਸਰਕਾਰ ਦੁਆਰਾ ਹੋਰ ਵਰਗਾਂ ਬਾਰੇ, ਜਿੱਥੇ ਕਿ ਗੱਲ ਕਰੀਏ ਐਜੂਕੇਸ਼ਨ ਸੈਕਟਰ ਦੀ, ਵਿਦਿਅਕ ਸੈਕਟਰ ਦੀ, ਤੇ ਜਾਂ ਗੱਲ ਕਰੀਏ ਅਸੀਂ ਹੋਰ ਦੂਜੇ ਵਰਗਾਂ ਦੀ, ਉਹਨਾਂ ਲਈ ਸਰਕਾਰ ਦੁਆਰਾ ਕਾਫੀ ਉਪਰਾਲੇ ਕੀਤੇ ਗਏ ਨੇ। ਜਿੱਥੇ ਕਿ ਗੱਲ ਕਰੀਏ ਆਪਾਂ ਮਿਊਜ਼ਿਕ ਇੰਡਸਟਰੀ ਦੀ, ਤੇ ਉੱਥੇ ਗਾਇਕਾਂ ਲਈ ਕੁਝ ਵੀ ਨਹੀਂ ਹਜੇ ਤੱਕ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ। ਜੇ ਗੱਲ ਕਰੀਏ ਆਪਾਂ ਜਗਰਾਤੇ ਤੇ ਕੀਰਤਨ ਸਮਾਗਮਾਂ ਦੀ, ਤੇ ਕਰੋਨਾ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਕੀਰਤਨ ਸਮਾਗਮਾਂ ਦੇ ਆਯੋਜਨ ਨਹੀਂ ਹੋ ਪਾਏ। ਜੇ ਪਿਛਲੇ ਜਿਹੜੇ 2020 ਦੇ ਨਰਾਤੇ ਨਿਕਲੇ ਉਹ ਵੀ ਕਰੋਨਾ ਮਹਾਮਾਰੀ ਦੇ ਦੌਰਾਨ ਹੀ ਨਿਕਲੇ, ਤੇ 2021 ਦੇ ਜਿਹੜੇ ਨਰਾਤੇ ਨਿਕਲੇ ਨੇ ਚੈਤਰ ਮਹੀਨੇ ਦੇ, ਉਹ ਵੀ ਇਸ ਕਰੋਨਾ ਮਹਾਮਾਰੀ ਦੀ ਚਪੇਟ ਕਾਰਨ ਸਮਾਗਮਾਂ ਨੂੰ ਆਯੋਜਿਤ ਕਰ ਨਹੀਂ ਪਾਏ। ਤੇ ਉੱਥੇ ਹੀ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੋ ਇਫੈਕਟ ਪਿਆ ਹੈ ਗਾਇਕਾਂ ਨੂੰ, ਤੇ ਸਾਡੇ ਨਾਲ ਜੁੜੇ ਨੇ ਇਸ ਵਕਤ ਗਾਇਕ ਰਮਨ ਨਾਥ ਜੀ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਤਕਲੀਫਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਕੀ ਸਰਕਾਰ ਵੱਲੋਂ ਜਿਹੜੇ ਉਪਰਾਲੇ ਉਹਨਾਂ ਵੱਲੋਂ ਹਜੇ ਤੱਕ ਨਹੀਂ ਕੀਤੇ ਗਏ, ਉਸ ਵਿਸ਼ੇ ਬਾਰੇ ਉਹ ਕੀ ਕਹਿਣਾ ਚਾਹਣਗੇ। जय माता दी। मैं रमन नाज शीश नरेंद्र चंचल जी, मेरे गुरु जी ने 2020 च सब तो पहले केंद्र सरकार मोदी जी नूं ते पंजाब सरकार स्टेट सरकार नूं बड़ी फरियाद की सी अपने कलाकारां दे बारे, लेकिन सरकार दे कन्नां ते कोई जूं नहीं रेंगी। उस तो बाद बड़े कलाकारां ने मोदी जी नूं फरियाद की कि इन्हां कलाकारां दे बारे भी कुछ सोचो। ਜਿਹੜੇ छोटे छोटे कलाकार है, कोई हर कलाकार वड्डा नहीं, वड्डियां पेमटां लैण वाला नहीं, क्योंकि ਜਿਹੜੇ ਵੱਡੇ कलाकार हैं उन्होंने कोई फर्क नहीं जिन्होंने लखां दीयां पेमटां लीतियां।
ਇਹਦੇ 'ਚ ਉਹ ਵੀ ਕਲਾਕਾਰ ਹੈ ਜਿਹੜੇ ਕੋਈ 5000 ਲੈਂਦਾ, ਕੋਈ 8000 ਲੈਂਦਾ, ਕੋਈ 15000 ਲੈਂਦਾ, ਉਹਦੇ ਨਾਲ 10 12 15 ਬੰਦੇ ਉਹਦੇ 'ਚ ਹਿੱਸੇਦਾਰ ਨੇ। ਪਰ ਅੱਜ ਸਵਾ ਸਾਲ ਹੋ ਗਿਆ, ਨਾ ਉਦੋਂ ਸੁਣਾਈ ਹੋਈ ਸੀ ਤੇ ਉਸ ਤੋਂ ਬਾਅਦ ਕਈ ਕਲਾਕਾਰ ਛੋਟੇ ਛੋਟੇ ਵਿਚਾਰੇ ਆਪਣੀਆਂ ਫੈਮਲੀਆਂ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਅੱਜ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਉਹਨਾਂ ਦੇ ਕੋਈ ਕਰਨ ਵਾਲਾ ਨਹੀਂ। ਜੇ ਸਰਕਾਰ ਅੱਗੇ ਕੋਈ ਫਰਿਆਦ ਕਰਦਾ ਹੈ, ਸਰਕਾਰ ਸੁਣਨ ਨੂੰ ਤਿਆਰ ਨਹੀਂ। ਸਰਕਾਰ ਕਿਹਦੀ ਸੁਣਦੀ ਹੈ? ਜਾਂ ਹਾਈ ਤਬਕੇ ਦੀ, ਜਿਹਦੇ ਕੋਲੋਂ ਸਰਕਾਰ ਨੂੰ ਫਾਇਦਾ ਹੈ, ਤੇ ਜਾਂ ਸਭ ਤੋਂ ਥੱਲੇ ਜਿਹੜਾ ਤਬਕਾ ਹੈ, ਜਿਹੜਾ ਰੋਡਾਂ ਦੇ ਉੱਤੇ ਵੀ ਆ ਜਾਂਦਾ ਹੈ, ਸਬਜ਼ੀਆਂ ਵੇਚ ਲੈਂਦਾ ਹੈ, ਜਾਂ ਜਿਹੜੇ ਫੜੀਆਂ ਲਾ ਲੈਂਦੇ ਨੇ, ਮੁਜ਼ਾਹਰੇ ਕਰ ਲੈਂਦੇ ਨੇ, ਸਰਕਾਰ ਉਹਨਾਂ ਕੋਲੋਂ ਡਰਦੀ ਹੈ। ਜਿਹੜਾ ਮੀਡੀਅਮ ਤਬਕਾ ਹੈ ਉਹਨਾਂ ਦੀ ਕੋਈ ਸੁਣਾਈ ਨਹੀਂ। ਚਾਹੇ ਕੋਈ ਕਲਾਕਾਰ ਹੈ, ਚਾਹੇ ਕੋਈ ਸਿੰਗਰ ਹੈ, ਚਾਹੇ ਕੋਈ ਸਾਊਂਡ ਵਾਲਾ ਹੈ, ਚਾਹੇ ਕੋਈ ਭਵਨ ਵਾਲਾ ਹੈ, ਚਾਹੇ ਕੋਈ ਹਲਵਾਈ ਹੈ, ਚਾਹੇ ਕੋਈ ਵੇਟਰ ਹੈ, ਚਾਹੇ ਕੋਈ ਡੀਜੇ ਵਾਲਾ। ਤੇ ਮੈਂ ਮੋਦੀ ਸਾਹਿਬ ਦੇ ਅੱਗੇ ਆਪਣੇ ਇਹਨਾਂ ਕਲਾਕਾਰਾਂ ਭਾਈਆਂ ਵਾਸਤੇ ਫਰਿਆਦ ਲੈ ਕੇ ਆਇਆ ਕਿ ਇਹਨਾਂ ਲੋਕਾਂ ਦੀ ਸੁਣਾਈ ਕਰੋ, ਇਹਨਾਂ ਵਾਸਤੇ ਵੀ ਕੋਈ ਪੈਕੇਜ ਦਿਓ। ਕਿਉਂ ਕਿ ਅਸੀਂ ਲੋਕਾਂ ਨੇ ਵੀ ਤੁਹਾਨੂੰ ਵੋਟ ਦਿੱਤੇ ਆ। ਕੀ ਅਸੀਂ ਤੁਹਾਡੇ ਦੇਸ਼ ਦੇ ਇਨਸਾਨ ਨਹੀਂ? ਸਾਡੀ ਕਿਉਂ ਨਹੀਂ ਸੁਣਾਈ ਹੁੰਦੀ ਪਈ? ਸਾਡੇ ਵਾਸਤੇ ਕਿਉਂ ਨਹੀਂ ਤੁਹਾਡੇ ਕੋਲ ਕੋਈ ਪੈਕੇਜ ਹੈਗਾ ਕਲਾਕਾਰਾਂ ਵਾਸਤੇ? ਠੀਕ ਹੈ, ਕਰੋਨਾ ਆਇਆ ਹੈ, ਬਿਮਾਰੀ ਆਈ ਹੈ, ਜੇ ਤੁਸੀਂ ਬਾਕੀਆਂ ਦੇ ਕੰਮ ਖੋਲ੍ਹੇ ਹੈ ਤਾਂ ਕੁਝ ਕਲਾਕਾਰਾਂ ਨੂੰ ਵੀ ਕੋਈ ਥੋੜ੍ਹੀ ਸਹੂਲਤ ਦਿਓ, ਜਿਹਦੇ ਨਾਲ ਉਹ ਆਪਣੇ ਪਰਿਵਾਰਾਂ ਦਾ ਖਰਚਾ ਤੇ ਕੁਝ ਕਰ ਸਕਣ। ਜੇ ਤੁਸੀਂ ਕਿਸੇ ਨੂੰ 20 ਬੰਦਿਆਂ ਦੀ ਪਰਮਿਸ਼ਨ ਦਿੱਤੀ ਹੈ, ਕਿਸੇ ਨੂੰ 10 ਬੰਦਿਆਂ ਦੀ ਦਿੱਤੀ ਹੈ, ਤਾਂ ਕੁਝ ਕਲਾਕਾਰਾਂ ਨੂੰ ਵੀ ਕਹੋ ਕਿ ਬਈ ਤੁਸੀਂ ਛੋਟੇ ਦਾਇਰੇ ਦੇ ਪ੍ਰੋਗਰਾਮ ਘਰ ਦੇ ਅੰਦਰ ਕਰ ਸਕਦੇ ਹੋ, ਜਿਹਦੇ ਵਿੱਚ 25-30 ਬੰਦਿਆਂ ਦੀ ਪਰਮਿਸ਼ਨ ਦੇ ਦਿਓ, ਤਾਂ ਕਿ ਉਹਨਾਂ ਦੇ ਘਰ ਦੇ, ਉਹਨਾਂ ਦੇ ਬੱਚਿਆਂ ਦਾ, ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ। ਤੇ ਇਸ ਕਰਕੇ ਮੈਂ ਕੇਂਦਰ ਸਰਕਾਰ ਤੇ ਆਪਣੇ ਸੂਬੇ ਦੀ ਸਰਕਾਰ, ਕੈਪਟਨ ਸਰਕਾਰ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਹਨਾਂ ਛੋਟੇ ਛੋਟੇ ਕਲਾਕਾਰਾਂ ਦੇ ਬਾਰੇ ਕੁਝ ਸੋਚੋ, ਕੁਝ ਧਿਆਨ ਕਰੋ, ਕੁਝ ਇਹਨਾਂ ਨੂੰ ਪੈਕੇਜ ਦਿਓ ਤਾਂ ਕਿ ਇਹ ਆਪਣਾ ਕਾਰੋਬਾਰ ਕਰ ਸਕਣ। ਮਾਰਕੀਟਾਂ ਵੀ ਖੁੱਲੀਆਂ ਤੁਸੀਂ ਖੋਲ੍ਹ ਦਿੱਤੀਆਂ, ਰੇਲਵੇ ਵੀ ਖੋਲ੍ਹ ਦਿੱਤੀ, ਹਵਾਈ ਸੇਵਾ ਵੀ ਖੋਲ੍ਹ ਦਿੱਤੀ, ਬੱਸਾਂ ਵੀ ਖੋਲ੍ਹਤੀਆਂ, ਕਚਹਿਰੀਆਂ ਵੀ ਖੋਲ੍ਹਤੀਆਂ, ਬੈਂਕ ਵੀ ਖੋਲ੍ਹ ਦਿੱਤੇ, ਤੇ ਇਹਨਾਂ ਕਲਾਕਾਰਾਂ ਦਾ ਕੀ ਦੋਸ਼ ਹੈ? ਇਹਨਾਂ ਨੂੰ ਕਿਉਂ ਨਹੀਂ ਤੁਸੀਂ ਕੁਝ ਦਿੰਦੇ ਪਏ? ਕੀ ਇਹ ਤੁਹਾਡੇ ਦੇਸ਼ ਦੇ ਨਾਗਰਿਕ ਨਹੀਂ ਹੈ? ਬੜੇ ਬੜੇ ਵੱਡੇ ਕਲਾਕਾਰਾਂ ਤੋਂ ਬਾਅਦ ਹਰਬੰਸ ਲਾਲ ਬੰਸੀ ਜੀ ਨੇ ਵੀ ਕਲਾਕਾਰਾਂ ਦੇ ਬਾਰੇ ਕਿਹਾ ਮੋਦੀ ਸਾਹਿਬ ਨੂੰ, ਤਰੁਣ ਸਾਗਰ ਜੀ ਦਿੱਲੀ ਵਾਲੇ ਉਹਨਾਂ ਨੇ ਵੀ ਕਿਹਾ, ਹੰਸਰਾਜ ਜੀ ਨੇ ਵੀ ਕਿਹਾ, ਮਨੋਜ ਤਿਵਾਰੀ ਜੀ ਨੇ ਵੀ ਕਿਹਾ, ਸਾਡੇ ਸੰਗੀਤ ਦੀ ਦੇਵੀ ਲਤਾ ਮੰਗੇਸ਼ਕਰ ਜੀ, ਉਹਨਾਂ ਨੇ ਵੀ ਟਵੀਟ ਕੀਤਾ। ਹੋਰ ਫਿਲਮ ਇੰਡਸਟਰੀ ਦੇ ਬਹੁਤ ਅੱਛੇ ਅੱਛੇ ਸਿੰਗਰ, ਕਲਾਕਾਰ, ਜਿਨ੍ਹਾਂ ਨੇ ਆਪਣੀ ਫਰਿਆਦ ਕਲਾਕਾਰਾਂ ਦੇ ਬਾਰੇ ਕਿ ਇਹਨਾਂ ਕਲਾਕਾਰਾਂ ਦੇ ਬਾਰੇ ਵੀ ਕੁਝ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ। ਪਰ ਅੱਜ ਤੱਕ ਨਾ ਮੋਦੀ ਸਾਹਿਬ ਨੇ ਕੁਝ ਸੋਚਿਆ ਇਹਨਾਂ ਕਲਾਕਾਰਾਂ ਦੇ ਬਾਰੇ, ਤੇ ਨਾ ਸਾਡੀ ਸਟੇਟ ਦੀ ਗਵਰਨਮੈਂਟ ਨੇ ਕੁਝ ਸੋਚਿਆ। ਤੇ ਇਸ ਕਰਕੇ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅੱਗੇ ਰਿਕੁਐਸਟ ਕਰਾਂਗਾ, ਇੱਕ ਆਰਟਿਸਟ ਹੋਣ ਦੇ ਨਾਤੇ, ਨਰਿੰਦਰ ਚੰਚਲ ਜੀ ਦਾ ਮੈਂ ਸ਼ਿਸ਼ਿਆ, ਤੇ ਇਹਨਾਂ ਕਲਾਕਾਰਾਂ ਦੇ ਬਾਰੇ ਕੁਝ ਜ਼ਰੂਰ ਪੈਕੇਜ ਦਿਓ। ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ, ਜਿਨ੍ਹਾਂ ਦੇ ਪਿੱਛੇ ਕੋਈ ਕਮਾਉਣ ਵਾਲਾ ਨਹੀਂ, ਜਿਨ੍ਹਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ, ਉਹਨਾਂ ਦੇ ਬਾਰੇ ਮੈਂ ਅੱਜ ਫਰਿਆਦ ਲੈ ਕੇ ਤੁਹਾਡੇ ਕੋਲ ਆਇਆ, ਤੇ ਇਹ ਫਰਿਆਦ ਕਬੂਲ ਕਰੋ। ਕਲਾਕਾਰਾਂ ਦੇ ਬਾਰੇ ਕੁਝ ਸੋਚੋ। ਹੁਣ ਅਸੀਂ ਗੱਲ ਕਰਨ ਲੱਗੇ ਹਾਂ ਰਮਨ ਮਹਾਜਨ ਜੀ ਨਾਲ, ਮਾਡਲ ਟਾਊਨ ਮਾਤਾ ਮੰਦਿਰ ਤੋਂ। ਤੇ ਜਿਸ ਤਰ੍ਹਾਂ ਕਿ ਸਰ ਕਿ ਜਿਹੜੇ ਮਸ਼ਹੂਰ ਗਾਇਕ ਸੀਗੇ ਨਰਿੰਦਰ ਚੰਚਲ ਜੀ ਤੇ ਹੋਰ ਜਿਹੜੇ ਮਸ਼ਹੂਰ ਕਲਾਕਾਰਾਂ ਵੱਲੋਂ ਵੀ ਸਰਕਾਰ ਨੂੰ ਗੁਹਾਰ ਲਾਈ ਗਈ ਕਿ ਜਿਹੜੇ ਕਲਾਕਾਰ ਨੇ ਇਹਨਾਂ ਬਾਰੇ ਵਿਚਾਰ ਕੀਤਾ ਜਾਵੇ, ਤੇ ਹਜੇ ਤੱਕ ਸਰਕਾਰ ਦੁਆਰਾ ਇਸ ਵਿਸ਼ੇ ਤੇ ਕੋਈ ਚਰਚਾ ਨਹੀਂ ਕੀਤੀ ਗਈ। ਕੀ ਇਸ ਬਾਰੇ ਕਹਿਣਾ ਚਾਹੋ?
जय माता दी। मैं रमन महाजन, शिष्य छत्रधारी संत महंत सूर्य प्रकाश जी महाराज, मॉडल टाउन माता मंदिर तो। जय माता दी। देखो जी, मेरे वड्डे वीर जी हुणे रमननाथ जी ने दसिया है भी विश्व प्रख्यात आदरणीय नरेंद्र चंचल जी ने भी हथ जोड़ के रिक्वेस्ट की सी। उस तो इलावा लता मंगेशकर जी भी, हंसराज हंस जी, मनोज तिवाड़ी जी भी ने, सब ने भी रिक्वेस्ट की सरकार अगे कि ਜਿਹੜੇ छोटे छोटे कलाकार ने जिन्हों का रोटी रोजी का घर का ਇਹੋ ਹੀ ਸਾਧਨ ਹੈਗਾ ਸਾਜ਼ ਵਜਾਣਾ, ਜਿੱਦਾਂ ਕੋਈ ਢੋਲਕੀ ਵਜਾ ਰਿਹਾ ਹੈ, ਕੋਈ ਔਰਗਨ ਵਜਾ ਰਿਹਾ ਹੈ, ਕੋਈ ਪੈਡ ਵਜਾ ਰਿਹਾ ਹੈ, ਜਿੱਦਾਂ ਕੋਈ ਕਿਸੇ ਦਾ ਕੋਈ ਟਰੰਪਟ ਵਜਾ ਰਿਹਾ ਹੈ, ਕੋਈ ਸੈਕਸੋਫੋਨ ਵਜਾ ਰਿਹਾ ਵਾ, ਇਹ ਉਹਨਾਂ ਦਾ ਰੋਟੀ ਦਾ ਜ਼ਰੀਆ ਇੱਕੋ ਹੀ ਹੈ। ਕਈ ਪਰਿਵਾਰਾਂ ਦੇ ਵਿੱਚ ਦੋ ਚਾਰ ਜਣੇ ਕਮਾਉਣ ਵਾਲੇ ਹੈਗੇ ਨੇ, ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਇੱਕੋ ਹੀ ਮੈਂਬਰ ਹੈਗਾ, ਉਹ ਹੀ ਉਹਦੇ ਪਰਿਵਾਰ ਦਾ ਹੀ ਸਿਰ 'ਤੇ ਹੀ ਪਰਿਵਾਰ ਉਹਨੇ ਪਾਲ ਲਿਆ ਵਾ। ਸੋ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਬਈ ਉਹਨਾਂ ਪਰਿਵਾਰਾਂ ਬਾਰੇ ਸੋਚਿਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਪੈਕੇਜ ਦਿੱਤਾ ਜਾਵੇ, ਉਹਨਾਂ ਦਾ ਜਿਹੜਾ ਰੋਟੀ ਦਾ ਜਿਹੜਾ ਜ਼ਰੀਆ ਵਾ ਉਹ ਪਰਿਵਾਰ ਚੱਲ ਸਕੇ। ਇਹੋ ਸਰਕਾਰ ਅੱਗੇ ਰਿਕੁਐਸਟ ਕਰਾਂਗੇ ਆਪਾਂ। ਤਾਂ ਬਾਕੀ ਸਰਕਾਰ ਨੂੰ ਚਾਹੀਦਾ ਹੈ, ਮੇਰੇ ਵੱਡੇ ਵੀਰ ਜੀ ਰਮਨਨਾਥ ਜੀ ਕਾਫੀ ਕੁਝ ਕਹਿ ਚੁੱਕੇ ਨੇ, ਤਾਂ ਮੈਂ ਸਟੇਟ ਦੀ ਸਰਕਾਰ ਜਿਹੜੀ ਹੈ, ਕੈਪਟਨ ਸਰਕਾਰ ਔਰ ਉਸ ਤੋਂ ਇਲਾਵਾ ਸੈਂਟਰ ਸਰਕਾਰ ਮੋਦੀ ਜੀ ਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਕਿ ਜਿੱਦਾਂ ਸਭ ਬਾਰੇ ਸੋਚਿਆ ਕੁਛ ਨਾ ਕੁਛ, ਤੇ ਸਾਡੇ ਜਿਹੜੇ ਕਲਾਕਾਰ ਜਿਹੜੇ ਭਰਾ ਨੇ ਜਿਹੜੇ ਤੇ ਚਲੋ ਨਾਲ ਹੋਰ ਕੰਮ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਨਹੀਂ ਕੋਈ ਫਰਕ ਪਿਆ, ਲੇਕਿਨ ਜੋ ਵੀ ਹੈ ਕੁਛ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹ ਵੀ ਆਪਣਾ ਜਿਹੜਾ ਹੈ ਉਹ ਜਾਗਰਣ ਕੀਰਤਨ ਵਗੈਰਾ ਕਰ ਸਕਣ। ਕੋਈ ਗੈਦਰਿੰਗ ਜਿੱਦਾਂ 20-25 ਬੰਦਿਆਂ ਦੀ, ਜਿੱਦਾਂ ਕਿ ਹੋਰ ਜਗ੍ਹਾ 'ਤੇ ਵਿਆਹ ਸ਼ਾਦੀ 'ਚ ਦੁੱਖ ਸੁੱਖ 'ਤੇ ਹੀ ਉਹਨਾਂ ਨੇ ਕੀਤਾ ਵਾ ਵੀ ਗੈਦਰਿੰਗ ਜਿਹੜੀ 20-25 ਬੰਦਿਆਂ ਦੀ ਕਰਤੀ। ਇਸੇ ਤਰ੍ਹਾਂ ਹੀ ਜਾਗਰਣ ਚੌਕੀਆਂ ਦੇ ਵਿੱਚ ਵੀ ਉਹ ਇਜਾਜ਼ਤ ਦੇ ਦੇਣ ਤਾਂ ਕਿ ਥੋੜ੍ਹੇ ਬੰਦਿਆਂ ਦੇ ਵਿੱਚ ਹੀ ਜਾਗਰਣ ਕੀਰਤਨ ਕਰਕੇ ਉਹਨਾਂ ਦਾ ਵੀ ਰੁਜ਼ਗਾਰ ਚੱਲ ਸਕੇ, ਕਿਉਂਕਿ ਇਹ ਇੱਕ ਉਹ ਜਿਹਾ ਕੰਮ ਹੈ ਜਿਹਦੇ ਨਾਲ ਪਰ ਕਿੰਨੇ ਪਰਿਵਾਰ ਪਲਦੇ ਨੇ। ਇੱਕ ਜਾਗਰਣ ਦੇ ਉੱਪਰ ਸਾਊਂਡ ਵਾਲੇ ਦੇ ਨਾਲ 3-4 ਮੈਂਬਰ, ਉਸ ਤੋਂ ਇਲਾਵਾ ਕੋਈ ਸਾਜੀ ਕਲਾਕਾਰ ਨੇ, ਉਸ ਤੋਂ ਇਲਾਵਾ ਕੋਈ ਭਵਨ ਵਾਲੇ ਦੇ ਨਾਲ 3-4 ਲੇਬਰ ਵਰ, ਫਿਰ ਜਿਹੜਾ ਟੈਂਪੂ 'ਤੇ ਮਾਲ ਆ ਰਿਹਾ, ਸਭ ਦਾ ਰੁਜ਼ਗਾਰ ਚੱਲਦਾ ਹੈ। ਤਾਂ ਮੈਂ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜਾਵੇ, ਸਾਜੀ ਕਲਾਕਾਰਾਂ ਬਾਰੇ ਸੋਚਿਆ ਜਾਵੇ। ਗਾਇਕ ਸ਼੍ਰੀ ਨਰਿੰਦਰ ਭਾਟੀਆ ਜੀ ਵੱਲੋਂ ਕਰੋਨਾ ਮਹਾਮਾਰੀ ਦੇ ਉੱਤੇ ਇੱਕ ਗੀਤ ਲਿਖਿਆ ਗਿਆ ਹੈ ਤੇ ਆਓ ਉਹਨਾਂ ਕੋਲ ਸੁਣਦੇ ਹਾਂ ਕਿ ਉਹ ਗੀਤ ਕਿਸ ਬਾਰੇ ਹੈ ਤੇ ਕੀ ਉਸ 'ਚ ਹੈ। जय माता दी। नरेंद्र कुमार भाटिया। तो दोस्तों, पिछले साल 22 मार्च तो लॉकडाउन करोना लगा, करोना के बाद लॉकडाउन लग गया। सरकार ने बहुत सारिया गाइडलाइना दित्तियां। 1.5 साल तो घट्टो घट्ट 150 गाइडलाइना आईयां सरकार दियां। कदी संपूर्ण लॉकडाउन, कदी सज्जा, कदी खब्बा, कदी ABC, कदी रात का कर्फ्यू 9 बजे लग गया, कदी कर्फ्यू 6 बजे लग गया, कदी 5 बजे लग गया। हर रोज़ नवी स्टेटमेंट आ रही है, लेकिन पंजाब सरकार वालों कलाकारां दे बारे कोई भी गाइडलाइन नहीं है। उन्होंने कोई सहूलतां नहीं दे रही सरकार भी। उन्होंने भी जितना कोई ब्याह शादियां हो रही हैं, बसां ते जा रहे हैं सत्संग 10-20-25 लोगों ना मिला के जागरण कर सकन, क्योंकि ये भी अपनी रोटी का पाल पोषण कर सकन। इस बार एक छोटा जिहा करोना का गीत लिखिआ, वो तुहाडे सामने पेश कर रहे हां। ऐसी करुणा दी पई सानू मार जी, सब कलाकार हो गए बेकार जी, असी हो गए सब लाचार जी, साडी सुन लवो तुसी सरकार जी, ऐसी करुणा दी पई सानू मार जी। ना कोई जागरण, ना कोई सत्संग, नामां दी चौंकी हो रही है। ना कोई जागरण, ना कोई सत्संग, नामां दी चौंकी हो रही है। की करिए हुण कारोबार जी, असी हो गए सब बेरोजगार जी, साडी सुन लवो तुसी सरकार जी, असी हो गए सब बेकार जी, ऐसी करुणा दी पई सानू मार जी।
ਠੇਕੇ ਵੀ ਖੁੱਲ੍ਹਦੇ ਠੇਕੇ ਵੀ ਖੁੱਲ੍ਹਦੇ ਰੈਲੀਆਂ ਵੀ ਹੁੰਦੀਆਂ ਰੈਸਟੋਰੈਂਟ ਸਭ ਆਨਲਾਈਨ ਠੇਕੇ ਵੀ ਖੁੱਲ੍ਹਦੇ ਰੈਲੀਆਂ ਵੀ ਹੁੰਦੀਆਂ ਰੈਸਟੋਰੈਂਟ ਸਭ ਆਨਲਾਈਨ ਸਾਡੀ ਸੁਣ ਲਵੋ ਤੁਸੀਂ ਸਰਕਾਰ ਜੀ ਨਰਿੰਦਰ ਕਰਦਾ ਤੁਹਾਨੂੰ ਪੁਕਾਰ ਜੀ ਅਸੀਂ ਹੋ ਗਏ ਸਭ ਬੇਕਾਰ ਜੀ ਕੀ ਕਰੀਏ ਦੱਸੋ ਸਰਕਾਰ ਜੀ ਐਸੀ ਕਰੁਣਾ ਦੀ ਪਈ ਸਾਨੂੰ ਮਾਰ ਜੀ ਜੈ ਮਾਤਾ ਦੀ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੈ ਕਿ 뮤직 ਇੰਡਸਟਰੀ ਇਸ ਮਾਹੌਲ ਦੇ ਵਿੱਚ ਕਿੰਨੀ ਕੁ ਤਕਲੀਫਾਂ ਸਹਿ ਰਹੀ ਹੈ, ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਜਿੱਥੇ ਕਿ ਰਮਨਾ ਜੀ ਵੱਲੋਂ ਦੱਸਿਆ ਗਿਆ ਕਿ ਇੱਕ ਜਦੋਂ ਕਾਰਿਆਕ੍ਰਮ ਆਯੋਜਿਤ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਕਿੰਨੇ ਪਰਿਵਾਰਾਂ ਦਾ ਢਿੱਡ ਪਲਦਾ ਹੈ ਤੇ ਉਹੀ ਸਰਕਾਰ ਵੱਲੋਂ ਉਹਨਾਂ ਨੂੰ ਗੁਹਾਰ ਲਾਈ ਜਾ ਰਹੀ ਹੈ ਕਿ 뮤직 ਇੰਡਸਟਰੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਹ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੱਕ ਖਾਸ ਮਹੱਤਵ ਰੱਖਦੀ ਹੈ ਤੇ ਸਰਕਾਰ ਨੂੰ ਇੱਕ ਇਹਨਾਂ ਵੱਲੋਂ ਇੱਕ ਗੁਹਾਰ ਹੈ ਕਿ ਇਸ ਵਰਗ ਬਾਰੇ ਵੀ ਵਿਚਾਰ ਕੀਤਾ ਜਾਵੇ ਤਾਂ ਜੋ ਜਿਹੜੇ ਇੰਨੇ ਪਰਿਵਾਰਾਂ ਦੇ ਚੱਲ ਰਹੇ ਆ ਉਹ ਸਮਾਨਿਕ ਰੂਪ ਨਾਲ ਜਿਸ ਤਰ੍ਹਾਂ ਪਹਿਲੇ ਚੱਲ ਰਹੇ ਸੀ ਉਸ ਤਰ੍ਹਾਂ ਹੀ ਚੱਲਦੇ ਰਹਿਣ। ਇਸ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ, ਫਿਰ ਮੁਲਾਕਾਤ ਕਰਾਂਗੇ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਨਿਤਿਸ਼ ਸੱਭਰਵਾਲ, ਭਾਰਤ ਟਾਈਮਜ਼ ਪੰਜਾਬ, ਅੰਮ੍ਰਿਤਸਰ।